ਝੱਖੜਾਂ ਹਨੇਰੀਆਂ ਤੂਫਾਨਾਂ ਵਿੱਚੋਂ ਕੱਢ ਕੇ ਅੰਬਰੀਓ ਗੁੱਡੀ ਚੜਾਹੀ ਦਿੰਦਾ ਹੈ। ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ, ਰੱਬ ਮਿਹਨਤਾਂ ਦਾ ਮੁੱਲ ਪਾ ਹੀ ਦਿੰਦਾ ਹੈ। ਰੱਬ ਮਿਹਨਤਾਂ ਦਾ ਮੁੱਲ ਪਾ ਹੀ ਦਿੰਦਾ ਹੈ। ਵੇੜਾ ਖੁਸ਼ੀਆਂ ਦਾ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਰਣਜੀਤ ਕੌਰ ਵੀਰ ਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਹੁਣ ਆਪਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਗੀਤ ਦੇ ਨਾਲ। ਵਿਦ ਗੁੱਡ ਹਾਰਟ। ਤੁਸੀਂ ਕਿਸੇ ਦੀ ਜ਼ਿੰਦਗੀ 'ਚ ਅੱਛਾ ਕਰਕੇ ਵਿਖਾਉਣਾ ਨਾ, ਜ਼ਰੂਰੀ ਨਹੀਂ ਕਿ ਤੁਸੀਂ ਅਮੀਰ ਹੀ ਹੋਵੋ, ਜ਼ਰੂਰੀ ਨਹੀਂ ਕਿ ਤੁਸੀਂ ਬਹੁਤ ਇੰਟੈਲੀਜੈਂਟ, ਬ੍ਰਿਲੀਅੰਟ ਜਾਂ ਪਰਫੈਕਟ ਹੋਵੋ ਤਦ ਹੀ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ। ਬਸ ਤੁਹਾਨੂੰ ਕੇਅਰ ਕਰਨੀ ਹੋਣੀ ਚਾਹੀਦੀ ਹੈ, ਅਤੇ ਉਹ ਵੀ ਗੁੱਡ ਹਾਰਟ ਨਾਲ, ਜਿਹਦੇ ਨਾਲ ਤੁਹਾਡੀਆਂ ਇੰਟੈਂਸ਼ਨਸ ਗੁੱਡ ਹੋਣ। ਤੁਸੀਂ ਕਿਸੇ ਦੀ ਵੀ ਜ਼ਿੰਦਗੀ ਜੋ ਹੈ ਉਹ ਬਹੁਤ ਵਧੀਆ ਬਣਾ ਸਕਦੇ ਹੋ, ਸਿਰਫ ਜੇ ਤੁਸੀਂ ਕੇਅਰ ਕਰਨਾ ਸਿੱਖ ਲਓ। ਕਿਉਂਕਿ ਗੱਲਾਂ ਅੱਛੀਆਂ ਕਰਨ ਦੇ ਨਾਲ ਹੀ ਕਿਸੇ ਦਾ ਦੁੱਖ ਦਰਦ ਹੀ ਹਲਕਾ ਹੋ ਜਾਂਦਾ ਹੈ, ਔਰ ਇਹ ਵੀ ਅੱਜ ਦੀ ਡੇਟ ਵਿੱਚ ਬਹੁਤ ਹੀ ਵੱਡਾ ਕੰਮ ਹੈ। ਉਰਦੂ ਦਾ ਇੱਕ ਸ਼ੇਰ ਹੈ, ਕਹਿੰਦੇ ਆ कि मैले मन की इबादत तो खुदा भी नहीं करता कबूल, मुरादें उन्हीं की पूरी होती हैं जिनकी नीयत साफ होती है। पेश है अज एक जोक। दोस्तों, साड़ियाँ कारां में GPS सिस्टम लग्या है। अगर असी उन्होंने फॉलो करते हैं तो ठीक अपने ट्रैक पर जा ही जाते हैं, लेकिन जे किते असी गलत जगह मुड़ गए हैं तो सानू बड़े प्यार नाल फीमेल वॉइस आउंदी है, नाउ यू टर्न राइट एट द नेक्स्ट इंटरसेक्शन and then after 400 meters you can again turn right and then left। देखो तो जे पंजाबी विच या होर भाषावां विच भी आ गए, तो जे पंजाबी दा आ गया, मैनूं तां लगदा इदां दा आएगा। तो जे असीं किते रूट तो भटक गए हाँ तो उहदे विच आवाज़ आया करनी है, अब मर जाने अगे जाके सज्जे मुड़ ते फिर सज्जे मुड़ ते फिर खब्बे मुड़ी, तां सही राह पैना आ। नाले हुण तेल होर फूकेगा ते नाले टाइम तेरा बर्बाद। Marvelous English speaking course, the best course for ESL, you betcha. East or West, Professor Verdi is the best. दिल्ली और इनका प्रोग्राम आता है बेड़ा खुशियांदा, और तुसी देखते रहते हो, तुहानू मजा आ रहा होगा, मैंने पता है तुसी एंजॉय भी करते हो। भाजी तुसी तो कमाल करते हो भाजी, तुहाडा प्रोग्राम तो बड़ी तारीफ सुनिया मैं। जनाब, मैं तो आपकी तरफ देख के आपसे इंस्पिरेशन लेके ये सब करता हूँ जी। शुक्रिया आपका, थैंक यू वेरी मच। आपको बहुत बहुत मुबारक। बेड़ा खुशियांदा देखते रहिए, एंजॉय करते रहिए। थैंक यू वेरी मच। मैं GDP कॉलेज तो 1 मंथ ट्रेनिंग लैके आई स्कोर 7 bands in IELTS and I am very happy and the teacher was very brilliant and मेरा एक्सपीरियंस बहुत ਵਧੀਆ ਰਿਹਾ। ਜਿਵੇਂ ਵੀ ਇਹਨਾਂ ਨੇ ਟੀਚਿੰਗ ਕਰਾਈ ਐਂਡ ਜੋ ਵੀ ਟੌਪਿਕਸ ਵਗੈਰਾ ਦਿੱਤੇ ਉਹਨਾਂ ਵਿੱਚੋਂ ਹੀ ਮੈਨੂੰ ਤਾਂ ਟੌਪਿਕ ਵੀ ਆ ਗਿਆ ਐਂਡ ਮੈਂ ਬਹੁਤ ਖੁਸ਼ ਹਾਂ ਕਿ ਮੇਰੇ 7 ਬੈਂਡ ਆਏ। More info, please visit englishisveryeasy.com। ਸਾਡਾ ਕੈਨੇਡਾ। ਦੋਸਤੋ, ਤੁਹਾਨੂੰ ਪਤਾ ਹੈ ਕਿ ਕੈਨੇਡਾ ਜੋ ਬਣਿਆ ਸੀ ਇੱਕ ਕਨਫੈਡਰੇਸ਼ਨ ਜੁਲਾਈ 1 1867 ਦੇ ਵਿੱਚ। USA ਕੰਟਰੀ ਇੰਡੀਪੈਂਡੈਂਟ ਹੋ ਗਿਆ ਸੀ, ਆਜ਼ਾਦ ਹੋ ਗਿਆ ਸੀ ਇੰਗਲੈਂਡ ਦੇ ਹੱਥੋਂ 91 ਸਾਲ ਪਹਿਲਾਂ ਇਸ ਤੋਂ, ਯਾਨੀ ਕਿ 1776 ਜੁਲਾਈ 4 ਨੂੰ 1776 ਵਿੱਚ USA ਇੱਕ ਕੰਟਰੀ ਡਿਕਲੇਅਰ ਕਰਤਾ ਗਿਆ ਸੀ ਜਦੋਂ ਅਮਰੀਕਨ ਰਿਵੋਲੂਸ਼ਨ ਸ਼ੁਰੂ ਹੋਇਆ ਹੈ। ਔਰ ਅਮਰੀਕਨ ਰਿਵੋਲੂਸ਼ਨ ਕੀ ਸੀ ਕਿ USA ਦੀ ਕੈਨੇਡਾ ਵਿੱਚ ਵਸਣ ਵਾਲੇ, ਰੂਲ ਕਰਨ ਵਾਲੇ ਅੰਗਰੇਜ਼ਾਂ ਦੇ ਨਾਲ, ਬ੍ਰਿਟਿਸ਼ਰਸ ਦੇ ਨਾਲ ਜੋ ਲੜਾਈ ਜੰਗ ਛਿੜੀ ਸੀ, ਇਹ ਜੰਗ 38 ਸਾਲ ਚੱਲਦੀ ਰਹੀ ਸੀ, 1776 ਤੋਂ ਲੈ ਕੇ 1814 ਤੱਕ। ਜਦੋਂ USA ਨੇ ਵੇਖਿਆ ਕਿ ਇਹ ਲੜਾਈ ਬਹੁਤ ਖਿੱਚਦੀ ਜਾ ਰਹੀ ਹੈ, ਇਹ ਕੋਈ ਨਤੀਜਾ ਕੁਲ ਨਹੀਂ ਹੋ ਰਹੀ, ਤੇ ਉਹਨਾਂ ਨੇ 1812 ਵਿੱਚ ਇੱਕ ਤਗੜਾ ਅਟੈਕ ਲਾਂਚ ਕੀਤਾ, ਜੂਨ ਦੇ ਮਹੀਨੇ ਵਿੱਚ 1812 ਦੇ। ਲੇਕਿਨ ਉਸ ਦੇ ਵਿੱਚ ਇੰਗਲੈਂਡ ਵਾਲਿਆਂ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਲਿਆ ਜੋ ਕੈਨੇਡਾ 'ਚ ਬੈਠੇ ਸੀ ਬ੍ਰਿਟਿਸ਼ਰਸ, ਔਰ ਇਸ ਦਾ ਰਿਜ਼ਲਟ ਕੀ ਹੋਇਆ ਸੀ ਕਿ USA ਔਰ ਕੈਨੇਡਾ ਦੇ ਵਿੱਚ ਫਿਰ ਪੀਸ ਟ੍ਰੀਟੀ ਹੋਈ ਸੀ। ਔਰ 1812 ਦੀ ਜਿਹੜੀ ਲੜਾਈ ਹੈ ਇਹ ਅਮਰੀਕਨ ਰਿਵੋਲੂਸ਼ਨ ਦਾ ਹੀ ਪਾਰਟ ਹੈ, ਤੇ ਉਸ ਦੇ ਕਾਰਨ ਹੀ ਅੱਜ ਦਾ USA ਤੇ ਕੈਨੇਡਾ ਦਾ ਬਾਰਡਰ ਬਣਿਆ ਸੀ। ਔਰ ਉਸ ਦੇ ਵਾਸਤੇ USA ਨੇ ਇੰਗਲੈਂਡ ਦੇ ਕੋਲੋਂ ਬਹੁਤ ਸਾਰੀ ਜੁਰਮਾਨਾ ਭਰਵਾਈ ਕੀਤੀ ਸੀ, ਜੋ ਕਿ ਇਸ ਵਿੱਚ ਡੌਕਸ ਨੇ, ਉੱਧਰ ਕੁਝ ਹੋਰ ਚੀਜ਼ਾਂ, ਡਰਾਈ ਡੌਕਸ ਤੇ ਹੋਰ ਕੁਝ ਮੋਨੂਮੈਂਟਸ ਸਨ ਜੋ ਡਿਸਟਰੋਏ ਹੋ ਗਏ ਸਨ। ਉਸ ਦਾ
ਕੰਪਨਸੇਸ਼ਨ ਲੈ ਕੇ ਉਹਨਾਂ ਨੂੰ ਬਣਵਾ ਕੇ ਫਿਰ ਜਿਹੜੇ ਇਲਾਕੇ ਜੋ USA ਵਾਲਿਆਂ ਦੇ ਸੀ ਉਹ ਇਹਨਾਂ ਨੇ ਜਿੱਤ ਲਏ ਸੀ ਤੇ ਉਹਨਾਂ ਨੇ ਜਿਹੜੇ ਆਪਣੇ ਜਿੱਤ ਲਏ ਸੀ ਇਹ ਸਾਰਿਆਂ ਨੇ ਇੱਕ ਦੂਜੇ ਨੂੰ ਵਾਪਸ ਕਰਤੇ ਸੀ। ਫਿਰ ਇਹ 1814 ਦੇ ਵਿੱਚ ਅਮਰੀਕਨ ਰਿਵੋਲੂਸ਼ਨ ਕਨਕਲੂਡ ਹੋਇਆ ਤੇ ਇੱਥੇ ਉਸ ਤੋਂ ਬਾਅਦ ਅੱਜ ਤੱਕ ਕੋਈ ਲੜਾਈ ਨਹੀਂ ਹੋਈ ਔਰ ਜੋ USA ਕੈਨੇਡਾ ਦਾ ਬਾਰਡਰ ਹੈ ਦੁਨੀਆ ਦਾ ਲੌਂਗੈਸਟ ਪੀਸਫੁਲ ਬਾਰਡਰ ਹੈ ਜੋ ਕਿ ਦੁਨੀਆ ਵਿੱਚ ਦੋਸਤੀ ਦੀ ਇੱਕ ਮਿਸਾਲ ਹੈ। ਹਾਂਜੀ, ਮੇਰਾ ਨਾਮ ਜਗਪ੍ਰੀਤ ਸਿੰਘ, ਮੈਂ ਟੋਰਾਂਟੋ ਰਹਿਣਾ ਜੀ ਤੇ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਸੀਗਾ। ਸੋ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ ਉਹਨਾਂ ਨੇ ਮੈਨੂੰ ਫੋਨ ਦੇ ਉੱਪਰ ਹੀ ਥੋੜੇ ਸਮੇਂ ਦੇ ਵਿੱਚ ਵਿਦਨ ਅ ਵੀਕ ਇੰਨੀ ਕੁ ਵਧੀਆ ਪ੍ਰਪੇਅਰ ਕਰਾਇਆ ਕਿ ਫਸਟ ਅਟੈਂਪਟ ਦੇ ਵਿੱਚ ਮੇਰਾ ਸਿਟੀਜ਼ਨਸ਼ਿਪ ਦਾ ਟੈਸਟ ਕਲੀਅਰ ਹੋ ਗਿਆ। ਸੋ ਹਾਈਲੀ ਰეკਮੈਂਡਡ GTP ਮਾਰਵਲਸ ਕਾਲਜ ਮਿਸਟਰ ਪ੍ਰੋਫੈਸਰ ਅਵਤਾਰ ਸਿੰਘ ਵਿਰਦੀ। ਥੈਂਕ ਯੂ ਵੈਰੀ ਮਚ। For more info, please visit EnglishIsVeryEasy.com. आज का एक और जोक कहते हैं कि आज का काम कल पर मत छोड़ो। अरे भाई कुछ काम को परसों पर भी टाल दो ताकि कल का कुछ बोझ कम हो जाए। नाम जी बिरदी खैर मंगे बिरदी खैर मंगे बिरदी खैर मंगे दिन रात तेरी पिंड तेरा तैनू याद करदा तेरा तैनू याद करदा। ਸਤਿ ਸ਼੍ਰੀ ਅਕਾਲ ਜੀ, ਮੈਂ GTP ਮਾਰਵਲਸ ਕਾਲਜ ਤੋਂ ਆਈਲੈਟਸ ਦੀ ਪ੍ਰੈਪਰੇਸ਼ਨ ਕੀਤੀ ਸੀ ਤੇ ਮੈਂ ਅਪਰੋਕਸੀਮੇਟਲੀ 14 ਡੇਜ਼ ਦਾ ਸਾਰਾ ਮੇਰਾ ਕੋਰਸ ਸੀ ਤੇ ਟੀਚਰ ਆ ਵੈਰੀ ਗੁੱਡ ਐਂਡ এনवायरमेंट ਇੱਥੇ ਦਾ ਬਹੁਤ ਵਧੀਆ ਆ ਤੇ ਮੈਂ ਓਵਰਆਲ 6.5 ਬੈਂਡ ਸਕੋਰ ਕੀਤੇ ਆ ਐਂਡ ਥੈਂਕਸ ਟੂ ਬੇਦੀ ਸਰ ਐਂਡ देयर ਆਲ ਸਟਾਫ ਟੂ ਹੈਲਪ ਮੀ ਗੈਟਿੰਗ ਥੀਸ ਬੈਂਡਸ। For more info, please visit EnglishIsVeryEasy.com. ਇੰਗਲਿਸ਼ ਇਜ਼ ਵੈਰੀ ਈਜ਼ੀ। ਦੋਸਤੋ ਬੜੀ ਹੀ ਪਿਆਰੀ ਕੋਟੇਸ਼ਨ ਤੁਹਾਨੂੰ ਇਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਔਰ ਇਸ ਦਾ ਮਤਲਬ ਸਮਝਦੇ ਹਾਂ। ਵੈਲਥ ਇਜ਼ ਨਾਟ ਏ ਟਰੂ ਐਂਡ ਪਰਮਾਨੈਂਟ ਫਰੈਂਡ ਬਟ ਏ ਟਰੂ ਫਰੈਂਡ ਇਜ਼ ਏ ਪਰਮਾਨੈਂਟ ਵੈਲਥ। ਦੋਸਤੋ ਕਿੰਨੀ ਵੱਡੀ ਗੱਲ ਹੈ ਇਹਦੇ ਵਿੱਚ ਛੁਪੀ ਹੋਈ। ਇਹ ਗੱਲ ਛੁਪੀ ਹੋਈ ਕਹਿੰਦੀ ਕੀ ਹੈ ਕਿ ਜਿਹੜਾ ਧਨ ਹੈ ਸਾਡਾ ਪੈਸਾ ਜੋ ਹੈ ਇਹ ਸਾਡਾ ਸੱਚਾ ਤੇ ਪਰਮਾਨੈਂਟ ਰਹਿਣ ਵਾਲਾ ਫਰੈਂਡ ਨਹੀਂ ਹੈ ਪਰ ਜੇ ਕਿਸੇ ਦੇ ਕੋਲ ਕੋਈ ਟਰੂ ਫਰੈਂਡ ਹੈ ਉਹ ਉਸ ਦਾ ਪਰਮਾਨੈਂਟ ਵੈਲਥ ਹੈ, ਉਹ ਸਾਡਾ ਅਸਲੀ ਧਨ ਹੈ। ਜਿਸ ਇਨਸਾਨ ਨੇ ਦੋਸਤ ਨਹੀਂ ਅੱਛੇ ਕਮਾਏ ਜ਼ਿੰਦਗੀ ਵਿੱਚ, ਜਿਸ ਦੇ ਨਾਲ ਕੋਈ ਦੋਸਤ ਖੜਾ ਹੋਣ ਵਾਲਾ ਨਹੀਂ, ਭੈਣ ਭਰਾ ਖੜਾ ਹੋਣ ਵਾਲਾ ਨਹੀਂ ਹੈ ਉਸ ਦੇ ਨਾਲ ਔਖੇ ਸੌਖੇ ਟਾਈਮ ਤੇ, ਉਹ ਚਾਹੇ ਮਿਲੀਅਨੇਅਰ ਹੋਵੇ ਤੇ ਚਾਹੇ ਬਿਲੀਅਨੇਅਰ ਹੋਵੇ, ਦੋਸਤੋ ਉਹ ਦੁਨੀਆ ਦਾ ਸਭ ਤੋਂ ਗਰੀਬ ਇਨਸਾਨ ਹੈ। ਸਾਡੇ ਦੋਸਤ ਮਿੱਤਰ ਸੱਚੇ ਮਨੋਂ ਸਾਨੂੰ ਪਿਆਰ ਕਰਨ ਵਾਲੇ, ਦੁੱਖ ਸੁੱਖ 'ਚ ਖੜੇ ਹੋਣ ਵਾਲੇ ਸਾਡਾ ਅਸਲੀ ਵੈਲਥ ਨੇ। ਪੇਸ਼ ਹੈ ਅੱਜ ਦਾ ਇੱਕ ਹੋਰ ਜੋ ਇੰਗਲਿਸ਼ ਵਿੱਚ ਕਨਵਰਸੇਸ਼ਨ ਹੋ ਰਹੀ ਹੈ। ਇੱਕ ਫੈਮਿਲੀ ਦੇ ਵਿੱਚ ਇੱਕ ਬੱਚਾ ਕਰੀਬ 10 ਸਾਲ ਦਾ ਆਪਣੇ ਫਾਦਰ ਨੂੰ ਪੁੱਛ ਰਿਹਾ, ਡੈਡ ਵਾਈ ਡਸ ਦਿਸ ਵਿੰਡ ਬਲੋ ਐਂਡ ਹਾਊ? ਫਾਦਰ, I don't know. Dad, why is this earth round? Father, I don't know. Dad, why do these dogs bark? Father, I don't know. Dad, do you think I bother you? No, 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 not at all. Keep asking. If you don't ask, how will you learn anything new? Marvelous English speaking course. We love Marvelous English speaking course. East or west, Marvelous English speaking course is the best. IELTS ਸੈਲਪਿਪ ਸਿਟੀਜ਼ਨਸ਼ਿਪ ਅਸੀਂ ਨਹੀਂ ਬੋਲਦੇ, ਇਹ ਤਾਂ ਸਾਡੀ ਪ੍ਰੋਫੈਸ਼ਨਲ ਕੋਚਿੰਗ ਬੋਲਦੀ ਹੈ। ਕਾਲ ਕਰੋ 604 725 3340। ਮਨੀ ਮੈਟਰਸ। ਦੋਸਤੋ ਅੱਜ ਪੈਸੇ ਦੇ ਮਾਮਲਿਆਂ ਦੇ ਇਸ ਟੌਪਿਕ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਡੇਵਿਡ ਵੋਥ ਸਾਹਿਬ ਜਿਨ੍ਹਾਂ ਨੇ ਬੁੱਕ ਲਿਖੀ ਹੈ 10 ਸੀਕ੍ਰੇਟਸ ਰੈਵਨਿਊ ਕੈਨੇਡਾ ਡਜ਼ਨਟ ਵਾਂਟ ਯੂ ਟੂ ਨੋ, ਉਸ ਬੁੱਕ ਦੇ ਵਿੱਚ ਉਹਨਾਂ ਨੇ ਇੱਕ ਚਾਰਟ ਬਣਾ ਕੇ ਦਿਖਾਇਆ ਹੈ, ਬਾਰ ਚਾਰਟ। ਉਹ ਕਹਿੰਦੇ ਨੇ ਕਿ ਅਗਰ ਸੇਮ ਪੈਸੇ ਤੁਸੀਂ 40 ਸਾਲ ਵਾਸਤੇ ਕਿਸੇ ਬੈਂਕ ਵਿੱਚ ਰੱਖਦੇ ਹੋ ਤੇ ਤੁਸੀਂ 65 ਸਾਲ ਦੇ ਰਿਟਾਇਰ ਹੁੰਦੇ ਹੋ
ਤੇ ਉਹ ਪੈਸਾ ਬੈਂਕ ਵਿੱਚ ਤੁਹਾਡਾ ਰੱਖਿਆ ਹੋਇਆ ਫॉर 40 ਇਅਰਸ ਯੂ ਕੈਨ ਸੇ ਕਿ ਉਹ 5 ਸਾਲ ਤੱਕ ਤੁਹਾਡੀ ਰਿਟਾਇਰਮੈਂਟ ਲਈ ਸਾਥ ਦੇਵੇਗਾ। ਅਗਰ ਤੁਸੀਂ RRSP ਲੈ ਰਹੇ ਹੋ ਉਹ ਉਸ ਤੋਂ ਬਿਹਤਰ ਹੈ, ਲੇਕਿਨ ਉਹ ਤੁਹਾਡੀ 10 ਤੋਂ ਕਿਤੇ 15 ਸਾਲ ਤੱਕ ਉਹ ਚੱਲ ਸਕਦੀ ਹੈ ਜੇ ਸਹੀ ਜਗ੍ਹਾ ਇਨਵੈਸਟਮੈਂਟ ਕੀਤੀ ਹੋਏਗੀ। ਲੇਕਿਨ ਅਗਰ ਯੂਨੀਵਰਸਲ ਲਾਈਫ ਜੋ ਕਿ ਲਾਈਫ ਇੰਸ਼ੋਰੈਂਸ ਦਾ ਪ੍ਰੋਡਕਟ ਹੈ, ਅਗਰ ਤੁਸੀਂ ਉਹ ਕਿਸੇ ਸਿਆਣੇ ਆਪਣੇ ਲਾਈਫ ਏਜੰਟ ਤੋਂ, ਆਪਣੇ ਸਿਆਣੇ ਐਡਵਾਈਜ਼ਰ ਤੋਂ ਤੁਸੀਂ ਕਰਵਾਉਂਦੇ ਹੋ, ਤੁਹਾਡੀ ਉਹ ਰਿਟਾਇਰਮੈਂਟ ਤੁਹਾਨੂੰ 65 ਸਾਲ ਤੋਂ ਅੱਗੇ ਕਰੀਬ 25 ਤੋਂ 30 ਸਾਲ ਤੱਕ ਤੁਹਾਡੀ ਰਿਟਾਇਰਮੈਂਟ ਨੂੰ ਸਪੋਰਟ ਕਰ ਸਕਦੀ ਹੈ। ਔਰ ਇਹ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਿਸੇ ਨੂੰ ਮਿਲ ਕੇ ਇਹਨਾਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਪੈਸੇ ਕਮਾਉਣੇ, ਕਰੀਅਰ ਬਣਾਉਣਾ ਉਹ ਵੀ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਤੁਹਾਡਾ ਰਿਟਾਇਰਮੈਂਟ ਪਲਾਨ ਨੂੰ ਸਹੀ ਤਰ੍ਹਾਂ ਸਹੀ ਟਾਈਮ ਤੇ ਆਪਣੇ ਨੇਪਰੇ ਚਾਲਣਾ। ਆਪਣਾ ਬਿਰਦ ਸਮਾਰੇ ਔਖੀ ਘੜੀ ਨਾ ਦੇਖਣ ਦੇ। ਦੇਖਦੇ ਹਾਂ ਕਿ ਅੱਜ ਦੇ ਧਾਰਮਿਕ ਸੈਗਮੈਂਟ ਵਿੱਚ ਪ੍ਰੋਫੈਸਰ ਸਾਹਿਬ ਆਪਣੇ ਦਰਸ਼ਕਾਂ ਲਈ ਕੀ ਜਾਣਕਾਰੀ ਲੈ ਕੇ ਆਏ ਹਨ। ਜੀ ਪ੍ਰੋਫੈਸਰ ਸਾਹਿਬ। ਰਜੀਤ ਜੀ, ਜੀ ਸੁਖਮਨੀ ਸਾਹਿਬ ਵਿੱਚ ਆਉਂਦਾ ਹੈ, ਰਤਨ ਤਿਆਗ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਇਸ ਦਾ ਅਰਥ ਕੀ ਹੈ ਕਿ ਰਤਨ ਯਾਨੀ ਕਿ ਜਿਹੜੇ ਅਸਲੀ ਖਜ਼ਾਨੇ ਨੇ ਜੀ ਉਹਨਾਂ ਨੂੰ ਛੱਡ ਕੇ ਝੂਠ ਦੇ ਨਾਲ ਇਨਸਾਨ ਮਿਲ ਕੇ ਜ਼ਿਆਦਾ ਮੱਚਦਾ। ਜੀ ਝੂਠ ਵਾਲੀਆਂ ਗੱਲਾਂ ਜਿਹੜੀਆਂ ਪਰਮਾਨੈਂਟ ਨਹੀਂ ਹੈਗੀਆਂ ਉਹਨਾਂ ਨੂੰ ਚੀਜ਼ਾਂ ਨੂੰ ਲੈ ਕੇ, ਜਿੱਦਾਂ ਮੰਨ ਲਓ ਕੋਈ ਪ੍ਰਾਪਰਟੀ ਬਣਾ ਲਈ, ਜ਼ਮੀਨ ਹੋਰ ਲੈ ਲਈ, ਜੀ ਕੋਈ ਦੁਨਿਆਵੀ ਪਦਾਰਥ ਪ੍ਰਾਪਤ ਕਰ ਲਿਆ, ਫਿਰ ਮੱਚਦਾ, ਬੜਕਾ ਮਾਰਦਾ, ਬੁਰਾ ਜੱਟ ਵਰਗਾ ਕੋਈ ਨਹੀਂ ਤੇ ਫਲਾਣੇ ਵਰਗਾ ਕੋਈ ਨਹੀਂ ਤੇ ਇਹ ਉਹ, ਮੈਨੂੰ ਕਹਿੰਦੇ ਮਚਣਾ, ਜਦਕਿ ਉਹ ਚੀਜ਼ਾਂ ਪਰਮਾਨੈਂਟ ਨਹੀਂ ਹੈ। ਸੱਚਾਈ ਕੀ ਹੈ? ਸੱਚਾਈ ਹੈ ਕਿ ਉਹ ਨਾ ਚੀਜ਼ਾਂ ਕਿਸੇ ਦੀਆਂ ਅੱਜ ਤੱਕ ਹਮੇਸ਼ਾ ਲਈ ਰਹੀਆਂ ਤੇ ਨਾ ਜਿਹੜੀਆਂ ਬੜਕਾ ਮਾਰ ਕੇ ਅਸੀਂ ਅੱਜ ਕਹਿੰਦੇ ਮੇਰੇ ਵਰਗਾ ਕੋਈ ਨਹੀਂ, ਮੈਂ ਕਿਸੇ ਦੇ ਮਾਰਿਆ ਨਹੀਂ ਮਰਦਾ, ਮੈਨੂੰ ਕੋਈ ਆ ਨਹੀਂ ਕਰ ਸਕਦਾ। ਉਹ ਚੀਜ਼ਾਂ ਅਸੀਂ ਕੀ ਪਰਮਾਨੈਂਟ ਇਸ ਦੁਨੀਆ 'ਚ ਰਹਿਣ ਵਾਲੇ ਹਾਂ? ਪ੍ਰਾਹੁਣੇ ਆਏ ਹੋਏ ਹਾਂ, ਆਪਣਾ ਟਾਈਮ ਇੱਥੇ ਬਿਤਾ ਕੇ ਅਸੀਂ ਸਾਰਿਆਂ ਨੇ ਚੱਲਦੇ ਹੋਣਾ। ਤਾਂ ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਅਸੀਂ ਰਤਨ, ਅਸਲੀ ਜਿਹੜੇ ਖਜ਼ਾਨਾ ਹੈ ਸਾਡੇ ਪਰਮਾਤਮਾ ਦਾ ਨਾਮ, ਜਾਂ ਇਹ ਧਰਤੀ ਜੋ ਪਰਮਾਤਮਾ ਨੇ ਬਣਾਤੀ ਹੈ, ਇਹਨੂੰ ਹੋਰ ਸੋਹਣੀ ਬਣਾਉਣ ਵਾਸਤੇ ਜਿਹੜੇ ਉਪਰਾਲੇ ਕਰਨੇ ਆ, ਪਰਮਾਤਮਾ ਨੇ ਸਾਡੀ ਕੋਈ ਡਿਊਟੀ ਲਾ ਕੇ ਭੇਜਿਆ, ਸਾਡੇ ਅੰਦਰ ਗੁਣ ਭਰ ਕੇ ਭੇਜੇ ਨੇ। ਅਸੀਂ ਉਹਨਾਂ ਗੁਣਾਂ ਦੇ ਅਨੁਸਾਰ ਇਸ ਸੰਸਾਰ ਨੂੰ ਹੋਰ ਵਧੀਆ ਬਣਾ ਕੇ ਪਰਮਾਤਮਾ ਕੋ ਜਾ ਕੇ ਲੇਖਾ ਜੋਖਾ ਦੇਣਾ ਜੀ ਬਿਲਕੁਲ ਕਿ ਅਸੀਂ ਸਾਡੇ ਸੱਚੇ ਪਰਮ ਪਿਤਾ ਜਿਹੜੀ ਡਿਊਟੀ ਤੂੰ ਲਾ ਕੇ ਭੇਜੀ ਸੀ ਅਸੀਂ ਉਹ ਪੂਰੀ ਕਰਕੇ ਆਏ ਹਾਂ। ਹੁਣ ਸਾਨੂੰ ਤੂੰ ਆਪਣੇ ਚਰਨਾਂ ਵਿੱਚ ਵਾਸ ਦੇ। ਆਪਾਂ ਅਰਦਾਸ ਵਿੱਚ ਇਹੋ ਹੀ ਕਰਦੇ ਹਾਂ ਕਿ ਜਨਮ ਮਰਨ ਦੀ ਸਾਡੀ ਜੋ ਇੱਕ ਚੱਕਰ ਹੈ, ਸਾਈਕਲ ਹੈ, ਇਸ ਤੋਂ ਸਾਨੂੰ ਹੁਣ ਮੁਕਤ ਕਰ ਦੇ। ਜੀ ਰਤਨ ਤਿਆਗ ਕੌਡੀ ਸੰਗ ਰਚੇ, ਸਾਜ ਛੋੜ ਝੂਠ ਸੰਗ ਮਚੇ। ਜੀ ਜੋ ਛੱਡਣਾ ਸੋ ਸਥਿਰ ਕਰ ਮਾਨੇ। ਜਿਹੜੀ ਚੀਜ਼ ਨੂੰ ਛੱਡ ਕੇ ਜਾਣਾ ਉਹਨੂੰ ਕਹਿੰਦਾ ਪਰਮਾਨੈਂਟ ਹੈ। ਆ ਘਰ ਮੇਰਾ, ਆ ਬੀਵੀ ਮੇਰੀ, ਬੱਚੇ ਮੇਰੇ, ਔਰ ਮੇਰੇ ਕੋਲ ਇੰਨੇ $1 ਮਿਲੀਅਨ ਇੱਥੋਂ ਲੈ ਕੇ ਉਹ ਦੂਰ ਤੱਕ ਜਿੱਥੇ ਜਾਂਦੇ ਸਾਰੇ ਖੇਤ ਆਪਣੇ ਆ, 500 ਏਕੜ ਦੀ ਜ਼ਮੀਨ ਹੈ। ਕਿਹਦੇ ਨਾਂ ਤੇ ਸੀ? ਮੇਰੇ ਤੋਂ ਪਹਿਲਾਂ ਕਿਹਦੇ ਕੋਲ ਸੀ ਪਤਾ ਨਹੀਂ, ਉਸ ਤੋਂ ਬਾਅਦ ਕਿਹਦੇ ਕੋਲ ਜਾਣੀ ਹੈ ਜੀ। ਅਕਬਰ ਹੋਏ, ਚੰਗੇਜ਼ ਖਾਨ ਹੋਏ ਜੀ, ਮੈਂ ਕਿਹਾ ਜੀ ਅਬਦਾਲੀ, ਕਈ ਜਾਣੇ ਕਿੰਨੀ ਦੇਰ ਰਾਜ ਕਰਕੇ ਗਏ। ਨਾ ਇਹ ਚੀਜ਼ਾਂ ਕਿਸੇ ਦੀਆਂ ਪਰਮਾਨੈਂਟ ਹੋਈਆਂ ਤੇ ਨਾ ਹੋਣੀਆਂ। ਧਰਤੀ ਦੀ ਉਮਰ 4600 ਕਰੋੜ ਸਾਲ ਹੋ ਚੁੱਕੀ ਹੈ, ਯਾਨੀ ਕਿ 46,000 ਮਿਲੀਅਨ ਈਅਰਸ। ਓ ਮਾਈ ਗॉड, ਤੇ ਇੰਨੀ ਕੁ ਹੋਰ ਰਹਿੰਦੀ ਹੈ। ਫਿਰ ਕੀ ਹੋਣਾ? ਇਸ ਸੂਰਜ ਦਾ ਵੀ ਪਟਾਕਾ ਪੈਣਾ ਹੈ ਜੀ। ਸੂਰਜ ਦੀ ਅੱਗ ਜਿਹੜੀ ਹੈ ਉਹ ਧਰਤੀ ਤੱਕ ਆਉਣੀ ਹੈ ਤੇ ਉਹਨੇ ਸਾਰੀ ਨੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਇਹਨਾਂ ਗ੍ਰਹਿਾਂ ਨੂੰ ਸਮੇਟ ਕੇ ਲੈ ਜਾਣਾ। ਤੇ ਸਾਡੀ ਹਸਤੀ ਕਿੱਥੇ ਟਿਕ ਕੇ ਬੈਠਦੀ ਹੈ ਰਣਜੀਤ ਜੀ ਇਹਦੇ ਵਿੱਚ? ਫਿਰ ਅਸੀਂ ਕਿਉਂ ਝੂਠ ਸੰਗ ਮਚੀਏ? ਗੁਰਬਾਣੀ ਤੁਰਦੀ ਬਾਣੀ ਹੈ, ਇਹ ਸਾਨੂੰ ਸੱਚਾਈ ਸਿਖਾਉਂਦੀ ਹੈ ਕਿ ਮਚੋ ਨਹੀਂ, ਸੈਲੀਬ੍ਰੇਸ਼ਨ ਕਰੋ, ਚੀਜ਼ ਨੂੰ ਇੰਜੋਏ ਕਰੋ, ਪਰਮਾਤਮਾ ਦਾ ਸ਼ੁਕਰਾਨਾ ਕਰੋ। ਵੈਸੇ ਤਾਂ ਦੁਨੀਆ ਦੁੱਖਾਂ ਦਾ ਘਰ ਹੈ। ਜਿਹੜਾ ਵੀ ਇਨਸਾਨ ਧਰਤੀ ਤੇ ਆਇਆ ਹੈ ਉਹ ਦੁੱਖ ਭੋਗਣ ਹੀ ਆਇਆ ਹੈ, ਜੰਮਦਾ ਹੀ ਰੋਂਦਾ ਹੈ ਉਹ। ਤੇ ਉਹ ਦੁੱਖ ਜਿਹੜਾ ਉਹਨੇ ਭੋਗਣਾ ਹੈ ਉਹ ਭੋਗ ਕੇ ਉਹ 'ਚ ਜੇ ਥੋੜ੍ਹੇ ਬਹੁਤੇ ਉਹਨੂੰ ਸੁੱਖ ਮਿਲਦੇ ਆ ਤੇ ਉਸ ਦਾ ਸ਼ੁਕਰਾਨਾ ਕਰੇ। ਤੇ ਅਸੀਂ ਜਿਹੜੀ ਅਰਮਾਨ ਆਪਣੇ ਲੈ ਕੇ ਬੈਠੇ ਆ ਨਾ, ਇਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਜੀ। ਜੀ ਕਹਿੰਦੇ ਆ
ਲੋੜਾਂ ਤਾਂ ਗਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ, ਰੋਟੀ ਕੱਪੜਾ ਮਕਾਨ, ਲੇਕਿਨ ਜਿਹੜੇ ਅਰਮਾਨ ਨੇ, ਖੁਆਇਸ਼ਾਂ ਨੇ, ਇਹ ਰਾਜਿਆਂ ਮਹਾਰਾਜਿਆਂ ਦੇ ਵੀ ਪੂਰੇ ਨਹੀਂ ਹੁੰਦੇ। ਇਸ ਲਈ ਜੇ ਆਪਾਂ ਸੁਖੀ ਜੀਵਨ ਬਿਤਾਉਣਾ ਹੈ, ਇਸੇ ਨੂੰ ਕਹਿੰਦੇ ਆ ਕਿ ਗੁਰਬਾਣੀ ਦਾ ਓਟ ਆਸਰਾ ਲੈ ਕੇ ਚੱਲੋ। ਜਦੋਂ ਤੁਸੀਂ ਜਾਂ ਮੈਂ ਜਾਂ ਕੋਈ ਵੀ ਇਨਸਾਨ ਇਸ ਚੀਜ਼ ਨੂੰ ਮਨ ਵਿੱਚ ਵਸਾ ਕੇ ਬੈਠ ਗਿਆ ਤੇ ਉੱਤੇ ਅਮਲ ਕਰਨ ਲੱਗ ਪਿਆ, ਫਿਰ ਦੇਖੋ ਉਸ ਇਨਸਾਨ ਦੇ ਦਿਲ ਦੇ, ਉਸ ਦੇ ਘਰਾਂ ਦੇ ਜਿਹੜੇ ਵਿਹੜੇ ਨੇ ਸਦਾ ਖੁਸ਼ੀਆਂ ਦੇ ਨਾਲ ਮਹਿਕਣ ਲੱਗ ਪੈਂਦੇ ਨੇ। तेरे गिरने में कोई हार नहीं, तू इंसान है अवतार नहीं। गिर उठ दौड़ और भाग, जीवन जीने के लिए है, इसकी कोई सार नहीं, इसकी कोई सार नहीं। उम्मीद करते हैं कि पहले प्रोग्रामां की तरह तुहानूं इस हफ्ते का प्रोग्राम भी पसंद आया होगा। अपनी फीडबैक देंदे रहना। हुण मिलदे हां जी अगले हफ्ते एक नवां प्रोग्राम लैके। तद तक तुहाडा ते साडा रब रखा।